ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵਾਹਿਗੁਰੂ ਸਾਹਿਬ ਜੀ। ਭਗਤ ਪੀਪ ਕਾਇਓ ਦੇਵਲ, ਕਾਇਓ ਜੰਗਮ ਜਾਤੀ। ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਕਾਇਆ ਬਹੁ ਖੰਡ ਖੋਜਤੇ, ਨਾਵ ਨਿਦ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਕਾਇਆ ਬਹੁ ਖੰਡ ਖੋਜਤੇ, ਨਾਵ ਨਿਦ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਸ ਸ਼ਬਦ ਦਾ ਪਾਵਨ ਪਾਠ ਸੁਣਿਆ ਹੈ, ਸ਼ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਪੀਪਾ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 695 ਤੇ ਰਾਗ ਧਨਾਸਰੀ ਵਿੱਚ ਇਹ ਪਾਵਨ ਸ਼ਬਦ ਦਰਜ ਹੈ। ਅੱਜ ਅਸੀਂ ਭਗਤ ਪੀਪਾ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਪੀਪਾ ਜੀ ਦਾ ਇੱਕੋ ਇੱਕ ਸ਼ਬਦ ਹੈ, ਜਿਸ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਅੱਜ ਜੁੜਾਂਗੇ। ਭਗਤ ਪੀਪਾ ਜੀ ਦਾ ਜਿਹੜਾ ਇਤਿਹਾਸ ਹੈ, ਜੋ ਵਿਦਵਾਨਾਂ ਵੱਲੋਂ ਕੁਝ ਇਤਿਹਾਸ ਮਿਲਦਾ ਹੈ, ਜੋ ਉਹਨਾਂ ਨੇ ਖੋਜ ਕੀਤੀ ਹੈ, ਭਗਤ ਪੀਪਾ ਜੀ ਦਾ ਜਿਹੜਾ ਪ੍ਰਕਾਸ਼ ਆ ਉਹ ਰਾਜਸਥਾਨ ਦੇ ਜਿਹੜੇ ਮੌਜੂਦਾ ਝਾਲਾਵਾੜ ਜ਼ਿਲ੍ਹੇ ਵਿੱਚ ਗਾਗਰੋ ਵਿਖੇ ਇੱਕ ਰਾਜਪੂਤ ਸ਼ਾਹੀ ਪਰਿਵਾਰ ਦੇ ਵਿੱਚ ਹੋਇਆ। ਤੇ ਗੁਰੂ ਪਿਆਰ ਵਾਲਿਓ, ਉਹ ਜਿਹੜਾ ਹੁਣ ਭਗਤ ਪੀਪਾ ਜੀ ਜਿਹੜੇ ਪਹਿਲਾਂ ਆਪਣੇ ਜੀਵਨ ਦੇ ਵਿੱਚ ਦੇਵੀ ਦੇਵਤਿਆਂ ਦੁਰਗਾ ਭਵਾਨੀ ਉਹਦੀ ਪੂਜਾ ਕਰਦੇ ਸਨ ਤੇ ਆਪਣੇ ਘਰ ਵਿੱਚ ਉਹਨਾਂ ਨੇ ਬਕਾਇਦਾ
ਮੂਰਤੀ ਵੀ ਸਥਾਪਿਤ ਕੀਤੀ ਹੋਈ ਸੀ। ਉਸ ਤੋਂ ਬਾਅਦ ਜਦੋਂ ਭਗਤ ਪੀਪਾ ਜੀ ਨੂੰ ਅਸਲੀ ਵਿਚਾਰ ਦੀ ਸਮਝ ਆਈ ਜੀਵਨ ਦੇ ਅੰਦਰ, ਉਹਨਾਂ ਨੇ ਜਦੋਂ ਉਸ ਮਾਲਕ ਵਾਹਿਗੁਰੂ ਨੂੰ ਖੋਜਿਆ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਜੀਵਨ ਦੇ ਵਿੱਚੋਂ ਪ੍ਰਾਪਤ ਕੀਤਾ, ਫਿਰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇਹ ਸਾਰੀਆਂ ਪੂਜਾ ਜਿਹੜੀਆਂ ਕਰਨੀਆਂ ਛੱਡ ਦਿੱਤੀਆਂ। ਗੁਰੂ ਪਿਆਰ ਵਾਲਿਓ, ਸ੍ਰੀ ਗੁਰੂ ਅੰਗਦ ਸਾਹਿਬ ਜੀ, ਜਿਨ੍ਹਾਂ ਦਾ ਨਾਮ ਪਹਿਲਾਂ ਸੀ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਵੀ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਸੀ ਉਹ ਵੀ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਹਰੇਕ ਸਾਲ ਉਹਨਾਂ ਨੇ ਇੱਕ ਵੱਡੇ ਕਾਫਲੇ ਦੇ ਨਾਲ ਦੇਵੀ ਦੇਵਤਿਆਂ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ, ਭੇਟਾਂ ਗਾਇਆ ਕਰਦੇ ਸਨ। ਤੇ ਉਹੀ ਗੁਰੂ ਪਿਆਰ ਵਾਲਿਓ ਫਿਰ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਕਰਦੇ ਰਹੇ। ਪਰ ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਪਹੁੰਚੇ ਆ, ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਨੂੰ, ਉਹਨਾਂ ਦੀ ਮੱਤ ਨੂੰ ਪੜ੍ਹਿਆ, ਸਮਝਿਆ, ਫਿਰ ਭਾਈ ਲਹਿਣਾ ਜੀ ਜਿਹੜੇ ਇੱਕ ਪਾਸੇ ਹੋ ਗਏ। ਫਿਰ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਚਰਨਾਂ ਨਾਲ ਜੁੜ ਗਏ, ਫਿਰ ਉਹਨਾਂ ਨੇ ਇਹ ਰਸਤਾ ਛੱਡ ਲਿਆ। ਫਿਰ ਉਹਨਾਂ ਨੇ ਆਪਣੇ ਜੀਵਨ ਅੰਦਰ ਇਹ ਕੰਮ ਕਰਨੇ ਬੰਦ ਕਰ ਦਿੱਤੇ, ਪੂਜਾ ਕਰਨੀ, ਭੇਟਾਂ ਗਾਉਣੀਆਂ, ਜਾਂ ਫਿਰ ਵੱਡੇ ਵੱਡੇ ਜਿਹੜੀਆਂ ਯਾਤਰਾਵਾਂ ਲੈ ਕੇ ਜਾਣੀਆਂ, ਕਾਫਲੇ ਲੈ ਕੇ ਜਾਣੇ। ਫਿਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜਦੋਂ ਜੁੜ ਗਏ, ਗੁਰਬਾਣੀ ਨੂੰ ਜੀਵਨ ਦਾ ਹਿੱਸਾ ਬਣਾ ਲਿਆ, ਫਿਰ ਇੱਕ ਦੇ ਹੋ ਕੇ ਰਹਿ ਗਏ। ਜਿਸ ਕਰਕੇ ਬਾਅਦ ਵਿੱਚ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਜੀ ਬਣੇ। ਤੇ ਗੁਰੂ ਪਿਆਰ ਵਾਲਿਓ, ਬੜੇ ਜਿਹੜੇ ਸਿੱਖ ਵੀ ਸਨ, ਜਿਹੜੇ ਪਹਿਲਾਂ ਕਰਮ ਕਾਂਡਾਂ ਵਿੱਚ ਇਹੋ ਜਿਹੇ ਭਰਮਾਂ ਦੇ ਵਿੱਚ ਪਏ ਹੋਏ ਸਨ, ਪਰ ਜੀਵਨ ਦੇ ਅੰਦਰ ਸ਼ਾਂਤੀ ਸੁੱਖ ਪ੍ਰਾਪਤ ਨਹੀਂ ਹੋਇਆ। ਪਰ ਜਦੋਂ ਉਹਨਾਂ ਨੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਸੁਣਿਆ, ਪੜ੍ਹਿਆ, ਮਨ ਦੇ ਵਿੱਚ ਆਨੰਦ ਬਣਿਆ, ਸ਼ਾਂਤੀ ਆਈ, ਟਿਕਾ ਆਇਆ, ਫਿਰ ਉਹ ਸਭ ਕੁਝ ਛੱਡ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਹੀ ਜੁੜ ਗਏ। ਫਿਰ ਸਤਿਗੁਰੂ ਦੀ ਪਾਵਨ ਬਾਣੀ ਨੂੰ ਹੀ ਆਪਣੇ ਜੀਵਨ ਦਾ ਉਹਨਾਂ ਨੇ ਹਿੱਸਾ ਬਣਾ ਲਿਆ। ਭਾਵ ਕਿ ਪਹਿਲਾਂ ਉਹਨਾਂ ਦਾ ਜੀਵਨ ਜਿਹੋ ਜਿਹਾ ਮਰਜ਼ੀ ਸੀ, ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾ, ਉਹਨਾਂ ਨੇ ਫਿਰ ਇੱਕ ਪਾਸਾ ਕਰ ਲਿਆ, ਫਿਰ ਉਹ ਗੁਰੂ ਦੇ ਹੋ ਕੇ ਰਹਿ ਗਏ। ਫਿਰ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਮਨ ਵਿੱਚ ਕੋਈ ਹੋਰ ਵੀ ਨਹੀਂ ਜਿਹੜਾ ਆਪਣੀ ਥਾਂ ਨਹੀਂ ਬਣਾ ਸਕਿਆ, ਕਿਉਂਕਿ ਉਹਨਾਂ ਨੇ ਆਪਣੇ ਮਨ ਵਿੱਚ ਗੁਰੂ ਨੂੰ ਥਾਂ ਦੇ ਦਿੱਤੀ ਸੀ। ਆਪਣੇ ਜੀਵਨ ਦੇ ਅੰਦਰ ਗੁਰੂ ਨੂੰ, ਗੁਰੂ ਦੇ ਬਚਨਾਂ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਨੂੰ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਸੀ। ਪਰ ਜਿਸ ਤਰ੍ਹਾਂ ਅੱਜ ਮਨੁੱਖ ਕੀ ਕਰਦਾ ਆ, ਅੱਜ ਅਸੀਂ ਜੇਕਰ ਪਹਿਲਾਂ ਇਹੋ ਜਿਹੇ ਕਰਮ ਕਾਂਡ, ਇਹੋ ਜਿਹੀਆਂ ਯਾਤਰਾਵਾਂ ਕਰਦੇ ਹਾਂ, ਜਦੋਂ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਖੰਡੇ ਬਾਟੇ ਦੀ ਪੋਲ ਪ੍ਰਾਪਤ ਕਰ ਲੈਂਦੇ ਹਾਂ, ਫਿਰ ਵੀ ਅਸੀਂ ਉਹੀ ਕੰਮ ਕਰੀ ਜਾ ਰਹੇ ਹਾਂ। ਫਿਰ ਵੀ ਅਸੀਂ ਜਿਹੜਾ ਇੱਕ ਪਾਸੇ ਨਹੀਂ ਲੱਗ ਰਹੇ, ਫਿਰ ਵੀ ਅਸੀਂ ਦੋਹਰੀ ਪਾਸੇ ਜਾਂਦੇ ਹਾਂ। ਫਿਰ ਅਸੀਂ ਉੱਧਰ ਵੀ ਮੱਥਾ ਟੇਕਿਆ ਆਉਂਦੇ ਹਾਂ, ਫਿਰ ਇੱਧਰ ਵੀ ਟੇਕੀ ਜਾ ਰਹੇ ਹਾਂ, ਫਿਰ ਉੱਧਰ ਵੀ ਯਾਤਰਾ ਕਰੀ ਜਾ ਰਹੇ ਹਾਂ, ਕੋਈ ਕਿਤੇ ਜਾ ਰਿਹਾ। ਪਰ ਜਦੋਂ ਅਸੀਂ ਗੁਰੂ ਵਾਲੇ ਬਣ ਗਏ ਨਾ, ਜਦੋਂ ਗੁਰੂ ਦੇ ਚਰਨਾਂ 'ਚ ਜੁੜ ਗਏ, ਫਿਰ ਸਾਨੂੰ ਇੱਕ ਪਾਸੇ ਹੀ ਜੁੜਨਾ ਪੈਣਾ ਹੈ। ਤੇ ਇਤਿਹਾਸ ਦੇ ਵਿੱਚੋਂ ਬੜੀਆਂ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ। ਭਾਈ ਮੰਝ ਜੀ, ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਭਾਈ ਮੰਝ ਜੀ, ਹੁਣ ਭਾਈ ਮੰਝ ਜੀ ਜਿਹੜੇ ਨਾ, ਗੁਰਸਿੱਖ ਬਣਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਕਬਰ ਬਣਾਈ ਹੋਈ ਸੀ। ਭਾਵ ਕਿ ਪੀਰ ਨਗਾਹੇ ਵਾਲਾ, ਲੱਖਾਂ ਦੇ ਦਾਤੇ, ਇਹਨਾਂ ਦੀ ਪੂਜਾ ਕਰਦੇ ਸਨ ਉਹ। ਤੇ ਉਹਨਾਂ ਨੇ ਹਰੇਕ ਵੀਰਵਾਰ ਨੂੰ ਰੋਟ ਬਣਾਉਣਾ, ਰੋਟ ਚੜਾਉਣਾ, ਤੇ ਨਾਲ ਹੀ ਉੱਥੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੀਆਂ ਚੌਂਕੀਆਂ ਲਾਉਣੀਆਂ, ਭਰਨੀਆਂ। ਹੁਣ ਭਾਈ ਮੰਝ ਜੀ ਦਾ ਜੀਵਨ ਇਹੋ ਜਿਹਾ ਸੀਗਾ। ਪਰ ਜਦੋਂ ਇੱਕ ਵਾਰੀ ਉਹਨਾਂ ਦਾ ਮਿਲਾਪ ਗੁਰੂ ਅਰਜਨ ਸਾਹਿਬ ਜੀ ਨਾਲ ਹੋਇਆ, ਅੰਮ੍ਰਿਤਸਰ ਦੀ ਧਰਤੀ ਵਿਖੇ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ, ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਨੂੰ ਸੁਣਿਆ, ਫਿਰ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਪਾਤਸ਼ਾਹ ਮੈਂ ਵੀ ਤੁਹਾਡਾ ਸਿੱਖ ਬਣਨਾ ਚਾਹੁੰਦਾ ਹਾਂ। ਤੇ ਭਾਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ, ਭਾਈ ਤੂੰ ਸਿੱਖ ਤਾਂ ਬਣਨਾ ਚਾਹੁੰਦਾ, ਤੂੰ ਆਪਣੇ ਜੀਵਨ ਦੇ ਵਿੱਚ ਪਹਿਲਾਂ ਕੀ ਕਰਦਾ ਹੈ? ਉਹ ਆਖਦਾ ਕਿ ਮੈਂ ਇਸ ਤਰ੍ਹਾਂ ਕਬਰ ਮੇਰੇ ਘਰ ਦੇ ਵਿੱਚ ਆ, ਮੈਂ ਹਰੇਕ ਵੀਰਵਾਰ ਨੂੰ ਰੋਟ ਚੜਾਉਣਾ ਆ, ਤੇ ਨਾਲੇ ਮੈਂ ਪੂਜਾ ਵੀ ਕਰਦਾ, ਤੇ ਨਾਲੇ ਉੱਥੇ
बहुत सारे लोग आउंदे आ ते भजन गाउंदे आ। ते गुरु अर्जन साहब पातशाह जी कहंदे एक भलिया सिੱਖੀ उत्ते सिੱਖੀ नहीं टिक सकदी, तेनों एक पासा करना पैना, जां तां उधरले पासे होया जां तां फिर इधरले पासे हो जा। हुण जिथों भाई मंझ जी नूं शांति आनंद सुख प्राप्त होया, भाई मंझ जी जेड़े फिर गुरु अर्जन साहब जी के चरनां दे भोरे बन गए, गुरु शब्द की सिक्ख्या लै ली। उस तो बाद भाई मंझ जी ने अपने घर विच वापस आके जिहड़ी कबर बनाई सी जां होर कुछ चल रहा सी, वो कबर पुट के जगह बेली कर दी ते बैठण जोगी जगह बन गई। ते गुरु प्यार वालिओ उस वेले भाई मंझ जी ने एक पासा कर लिया। उन्होंने कर्म कांड इहो जे काम करने जिहड़े उन्होंने छड्ड दिते, क्योंकि उन्होंने फिर एक गुरु ते भरोसा हो गया। इसे तरह सानू भी जिहड़ा अज एक पासा चुनना पैना, जां तां असीं गुरु दे लड़ लग जाइए जां फिर असीं होर जिहड़ियां पाठ पूजा होर ही जिहड़े कर्म असीं करदे आ जां फिर उधरले पासे जुड़ जाइए। क्योंकि दो बेड़ियां विच पैर रखण वाला बंदा कदे नहीं तरदा, वो डुੱਬ जांदा आ, वो किसे पासे जोगा नहीं रहिंदा। इसे तरह भगत पीपा जी जिन्हां दा पावन शब्द गुरु नानक साहब जी ने इस बाणी दे विच दर्ज किया, पोथी दे विच लिखिया। भगत पीपा जी, भगत नामदेव जी, भगत रविदास महाराज जी, ये सारे समकाली सन। समकाली कहंदे भाव के उन्हां दे समय विच होए आ। भाव के जदों भगत नामदेव जी भगत रविदास महाराज जी सी, उदों भगत पीपा जी भी मौजूद सन। हुण भगत पीपा जी ने अपने पावन शब्द विच बड़ी प्यारी विचार बख्शिश कीती आ। भगत पीपा जी ने जो अपने जीवन दे विच कमाया ना, वो उन्होंने साडे सामने अपने शब्द द्वारा रखिया आ। हुण वो भी दुर्गा की पूजा करते सी, वो भी थां थां ते भटकते सी, पर जदों उन्होंने समझ लगी फिर उन्होंने सानू भी वो विचार दसी कि भाई मेरा जीवन तो इहो जिहा सी, पर जदों मेरे जीवन दे विच तब्दीली आ गई फिर मैं अपने जीवन नूं इहो जिहा बना लिया। हुण भगत पीपा जी बचन करते ने, काया बोखंड खोजते, कंदे देश दशंतरां नूं खोज के अखीर कंदे मैं अपने शरीर दे अंदर ही, कंदे बड़े मैं देशां दशंतरां विच घुम्मिया, बड़ियां थावां ते मैं घुम्मिया, बड़ा खोजिया, पर कंदे कुछ भी नहीं मिलिया। हुण खोजिया किहनूं सी? रब नूं। रब नूं लभण वास्ते, प्रभु नूं लभण वास्ते बड़ियां थावां ते घुम्मिया, बड़ी थां खोज पड़ताल कीती गई, पर भगत पीपा जी कहंदे काया, गुरबाणी दे विच जदों भी काया शब्द आवे ना, इहदा अर्थ की आ? शरीर। असीं जपजी साहिब विच पढ़दे ना, खिंथा काल कुवारी काया, काया दा अर्थ की आ? शरीर। गुरबाणी दे अंदर शरीर नूं काया आखिया गया है, शरीर। ते मालिक जी कहंदे काया बोखंड खोजते, कहंदे देशां दशंतरां नूं खोज के लभ के अखीर की होया? नव निध पाई, कहंदे नौ निधि लभ लई। कहंदे मैं फिर अपने शरीर दे अंदर ही प्रभु जेड़ा नौ निधां दा खजाना है अकाल पुरख वाहिगुरू, उन्होंने मैं अपने जीवन दे विच ही खोजिया आ। मैं अपने जीवन दे विचों उस रब नूं लभ्या आ, मैं अपने जीवन दे विचों ही प्रगट कीता आ। मैं होर बड़ियां थावां ते घुम के वेख लिया, पर मैनूं कुछ भी प्राप्त नहीं होया। बड़े इहो जे कर्म करके वेख लए, इहो जिहियां पूजावां करके वेख लईआं। कहंदे जदों मैं अपने शरीर नूं खोजिया, अपने हिरदे विचों जो झात मारी, अपने हिरदे विचों इस मन नूं खोजिया, कहंदे फिर मैनूं प्रभु जेड़ा प्रभु नाम रूपी कहंदे नौ निधि लभ गई। नौ निधि का अर्थ की आ? नौ निध अमृत प्रभ का नाम। नौ निध की आ? प्रभु का नाम, अकाल पुरख का नाम। देही मैं इसका विश्राम। देही का अर्थ की आ? शरीर। कहंदे शरीर दे विच इहदा टिका, अंदर टिकाणा बनिया होया आ। साडे हिरदे विच ओह विश्राम करदा पिया आ। साडे हिरदे विच ओह मालक वसिया होया। इस शरीर दे विच ओह रब रह रहा आ। उन्होंने कितों भी बाहरों लभण की जरूरत नहीं है। मालिक जी कहते ने काहे रे बन खोजन जाई,
ਕਿ ਭਾਈ ਤੂੰ ਬਣਾ ਦੇ ਵਿੱਚ, ਜੰਗਲਾਂ ਦੇ ਵਿੱਚ ਰੱਬ ਨੂੰ ਲੱਭਣ ਵਾਸਤੇ ਕਿਉਂ ਜਾਂਦਾ ਪਿਆ ਆ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮਾਲਿਕ ਜੀ ਕਹਿੰਦੇ ਨੇ ਉਹ ਤਾਂ ਸਾਰਿਆਂ ਵਿੱਚ ਸਮਾਇਆ ਹੋਇਆ ਆ, ਉਹ ਤਾਂ ਨਿਰਲੇਪ ਆ ਮਾਇਆ ਤੋਂ। ਉਹ ਤਾਂ ਕਹਿੰਦੇ ਤੇਰੇ ਜੀਵਨ ਦੇ ਅੰਦਰ ਘਟ ਹੀ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਮਾਲਿਕ ਜੀ ਕਹਿੰਦੇ ਨੇ ਤੇਰੇ ਹਿਰਦੇ ਵਿੱਚ ਹੀ ਉਹ ਮਾਲਕ ਵਸਿਆ ਹੋਇਆ, ਰੱਬ ਤਾਂ ਤੇਰੇ ਜੀਵਨ ਵਿੱਚ ਆ। ਭਗਤ ਫਰੀਦ ਜੀ ਦਾ ਬਚਨ ਪੜ੍ਹ ਲਈਏ। ਭਗਤ ਫਰੀਦ ਜੀ ਵੀ ਇਸ ਗੱਲ ਦੀ ਹਾਮੀ ਭਰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜੈ। ਕਹਿੰਦੇ ਜੰਗਲਾਂ ਵਿੱਚ ਤੂੰ ਕਿਉਂ ਭਟਕਦਾ ਆ? ਕਿਉਂਕਿ ਉਹ ਕੀ ਕਰਦੇ, ਰੱਬ ਨੂੰ ਲੱਭਣ ਵਾਸਤੇ ਕੋਈ ਜੰਗਲਾਂ 'ਚ ਤੁਰਿਆ ਫਿਰਦਾ, ਕੋਈ ਪੁੱਠਾ ਲਟਕਿਆ ਫਿਰਦਾ ਆ, ਕੋਈ ਪੂਜਾ ਕਰ ਰਿਹਾ, ਕੋਈ ਕੁਛ ਕਰ ਰਿਹਾ ਆ। ਪਰ ਅਸਲ ਵਿੱਚ ਭਗਤ ਫਰੀਦ ਜੀ ਕਹਿੰਦੇ ਨੇ ਬੱਸੀ ਰੱਬ ਹਿਆਲੀਆਂ, ਜੰਗਲ ਕਿਆ ਢੂੰਡੈ। ਕਹਿੰਦੇ ਰੱਬ ਤਾਂ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ, ਤੂੰ ਜੰਗਲ ਵਿੱਚ ਕੀ ਲੱਭਦਾ ਫਿਰਦਾ ਆ। ਹੁਣ ਮਾਲਿਕ ਜੀ ਬਚਨ ਕਰਦੇ ਨੇ, ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਮਾਲਿਕ ਜੀ ਕਿਰਪਾ ਕਰਦੇ ਨੇ, ਕਹਿੰਦੇ ਘਟ ਘਟ ਰੱਬ ਰਹਿਆ ਬਨਵਾਰੀ। ਕਹਿੰਦੇ ਉਹ ਪਰਮਾਤਮਾ ਜਿਹੜਾ ਹਰੇਕ ਸਰੀਰ ਵਿੱਚ ਵਿਆਪਕ ਹੈ, ਸਾਰਿਆਂ ਦੇ ਹਿਰਦੇ ਵਿੱਚ ਵਸਿਆ ਹੋਇਆ, ਪਰ ਮਿਲਦਾ ਕਿਵੇਂ? ਕਹਿੰਦੇ ਜਲ ਥਲ ਮਹੀਲ ਗੁਪਤੋ ਵਰਤੈ। ਕਹਿੰਦੇ ਉਹ ਪਾਣੀ ਵਿੱਚ ਵੀ ਆ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ ਆ, ਹਰੇਕ ਜਗ੍ਹਾ ਮੌਜੂਦ ਹੈ। ਪਰ ਉਹ ਪ੍ਰਾਪਤ ਕਿਵੇਂ ਹੁੰਦਾ? ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਹੀ ਤੂੰ ਜੀਵਨ ਦੇ ਵਿੱਚ ਉਹਨੂੰ ਵੇਖ ਸਕਦਾ ਆ, ਗੁਰੂ ਦੇ ਸ਼ਬਦ ਦੁਆਰਾ ਹੀ ਉਸ ਮਾਲਕ ਨੂੰ ਲੱਭ ਸਕਦਾ ਆ। ਉਹ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਆ। ਸਤਿਗੁਰ ਦੀ ਬਾਣੀ ਨੂੰ ਹੋਰ ਬਚਨ ਪੜ੍ਹ ਲਈਏ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ। ਕਹਿੰਦੇ ਭਲਿਆ ਕੋਈ ਜਿਹੜਾ ਮਨੁੱਖ ਵੀ ਆਪਣੇ ਇਸ ਮਨ ਨੂੰ ਖੋਜਦਾ ਆ, ਆਪਣੇ ਮਨ ਅੰਦਰ ਉਸ ਰੱਬ ਨੂੰ ਲੱਭਦਾ ਆ, ਮਨ ਖੋਜਤ ਨਾਮ ਨੌ ਨਿਧ ਪਾਈ। ਕਹਿੰਦੇ ਮਨ ਖੋਜਦਿਆਂ ਹੀ ਤੈਨੂੰ 9 ਨਿਧਾਂ ਵਾਲਾ ਪ੍ਰਭੂ ਦਾ ਨਾਮ ਉਹ ਪ੍ਰਾਪਤ ਹੋਵੇਗਾ। ਮਾਲਿਕ ਜੀ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ। ਸਤਿਗੁਰੂ ਜੀ ਕਹਿੰਦੇ ਨੇ ਭਲਿਆ ਇਸ ਮਨ ਨੂੰ ਖੋਜ, ਇਸ ਹਿਰਦੇ ਵਿੱਚੋਂ ਉਸ ਮਾਲਕ ਨੂੰ ਲੱਭ। ਪਾਤਸ਼ਾਹ ਜੀ ਦਾ ਬਚਨ ਆ, ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮਾਲਿਕ ਜੀ ਕਹਿੰਦੇ ਜਦੋਂ ਤੂੰ ਹਰ ਰੋਜ਼ ਜੀਵਨ ਨੂੰ ਖੋਜੇਗਾ, ਲੱਭੇਗਾ, ਕਹਿੰਦੇ ਫਿਰ ਤੇਰੇ ਜੀਵਨ ਕੋਈ ਪਰੇਸ਼ਾਨੀ ਨਹੀਂ, ਕੋਈ ਚਿੰਤਾ ਨਹੀਂ। ਤੂੰ ਆਪਣੇ ਜੀਵਨ ਵਿੱਚ ਉਸ ਮਾਲਕ ਦੀ ਖੋਜ ਕਰ। ਤੇਰੇ ਹਿਰਦੇ ਵਿੱਚ, ਤੇਰੇ ਇਸ ਸਰੀਰ ਵਿੱਚ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਵਸਿਆ ਹੋਇਆ ਆ। ਤੇ ਭਗਤ ਪੀਪਾ ਜੀ ਬਚਨ ਕਰਦੇ ਨੇ, ਮਾਲਿਕ ਜੀ ਕਹਿੰਦੇ ਨੇ ਕਾਇਆ ਬੋ ਖੰਡ ਖੋਜ ਤੇ ਨਵ ਨਿਧ ਪਾਈ। ਕਹਿੰਦੇ ਦੇਸ਼ਾਂ ਦਸ਼ੰਤਰਾਂ ਨੂੰ ਖੋਜ ਕੇ ਅਖੀਰ ਕਹਿੰਦੇ ਜਦੋਂ ਮੈਂ ਆਪਣੇ ਸਰੀਰ ਅੰਦਰ ਹੀ ਪ੍ਰਭੂ ਦਾ ਨਾਮ ਜਿਹੜਾ 9 ਨਿਧਾ ਪ੍ਰਭੂ ਦਾ ਨਾਮ ਹੈ ਉਹਨੂੰ ਪ੍ਰਾਪਤ ਕਰ ਲਿਆ, ਲੱਭ ਲਿਆ। ਪਹਿਲਾਂ ਸਾਰੇ ਹੀਲੇ ਵਰਤ ਕੇ ਵੇਖ ਲਏ, ਕਿਤੇ ਨਹੀਂ ਮਿਲਿਆ। ਮੈਂ ਆਪਣੇ ਜੀਵਨ ਨੂੰ ਖੋਜਿਆ, ਇਸ ਜੀਵਨ ਨੂੰ ਸੁਧਾਰਨਾ ਸ਼ੁਰੂ ਕੀਤਾ, ਮੇਰੇ ਜੀਵਨ ਦੇ ਵਿੱਚ ਮਾਲਕ ਵਾਹਿਗੁਰੂ ਪ੍ਰਗਟ ਹੋ ਗਿਆ। ਹੁਣ ਵੇਖੋ ਦੁੱਧ ਦੇ ਵਿੱਚ ਮੱਖਣ ਆ। ਹੁਣ ਮੱਖਣ ਕਿਤੇ ਬਾਹਰੋਂ ਬਾਹਰ ਥੋੜੋ ਕਿਤੇ ਪਿਆ। ਮੱਖਣ ਤਾਂ ਜਿਹੜਾ ਘਿਓ ਆ ਦੁੱਧ ਦੇ ਵਿੱਚ ਹੀ ਲੁਕਿਆ ਹੋਇਆ ਨਾ। ਹੁਣ ਅਸੀਂ ਜਦੋਂ ਦੇਖਾਂਗੇ ਦੁੱਧ, ਕਿਸੇ ਅਣਜਾਣ ਬੰਦੇ ਨੂੰ ਦਿਖਾਵਾਂਗੇ ਜਿਹਨੂੰ ਨਹੀਂ ਪਤਾ ਹੋਵੇਗਾ, ਉਹਨੂੰ ਪਾਵਾਂਗੇ ਭਾਈ ਵੇਖ ਆ ਦੁੱਧ ਆ, ਇਹਦੇ ਵਿੱਚ ਮੱਖਣ ਵੀ ਆ, ਲੱਸੀ ਵੀ ਆ, ਇਹਦੇ ਵਿੱਚ ਘਿਓ ਵੀ ਆ। ਉਹ ਆਖੇਗਾ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ, ਤੂੰ ਝੂਠ ਬੋਲੀ ਜਾਂਦਾ ਆ। ਉਹ ਕਹਿੰਦਾ ਮੈਨੂੰ ਤਾਂ ਦਿਖਾਈ ਨਹੀਂ ਦਿੰਦਾ, ਇਹਦੇ ਵਿੱਚ ਮੱਖਣ ਤਾਂ ਦਿਸਦਾ ਨਹੀਂ ਇਸ ਵਿੱਚ। ਤੇ ਗੁਰੂ ਪਿਆਰ ਵਾਲਿਓ ਸਿਆਣਾ ਬੰਦਾ ਆਖੇਗਾ, ਉਹ ਆਖੇਗਾ ਭਾਈ ਇਸ ਦੁੱਧ ਨੂੰ ਪਹਿਲਾਂ ਤੂੰ ਜਾਗ ਲਾਵੇਂਗਾ, ਫਿਰ ਰਿੜਕੇਗਾ, ਤੈਨੂੰ ਮਿਹਨਤ ਕਰਨੀ ਪੈਣੀ ਆ, ਫਿਰ ਤੇਰੇ ਹੱਥ ਵਿੱਚ ਮੱਖਣ ਵੀ ਆ ਜਾਵੇਗਾ। ਫਿਰ ਇਹਨੂੰ ਮੱਖਣ ਨੂੰ ਗਰਮ ਕਰੇਗਾ, ਫਿਰ ਘਿਓ ਵੀ ਆ ਜਾਵੇਗਾ। ਹੁਣ ਗੁਰੂ ਪਿਆਰ ਵਾਲਿਓ ਕਿਸੇ ਮਨੁੱਖ ਨੂੰ ਅਸੀਂ ਗੱਲ ਆਖੀਏ ਭਾਈ ਆ ਜਿਹੜੀ ਲੱਕੜੀ ਪਈ ਨਾ ਤੇਰੇ ਘਰ, ਜਿਹੜਾ ਫਰਨੀਚਰ ਪਿਆ, ਇਹਦੇ ਵਿੱਚ ਅੱਗ ਵੀ ਆ। ਉਹ ਆਖੇਗਾ ਭਾਈ ਅੱਗ ਕਿੱਥੇ, ਮੈਨੂੰ ਤਾਂ ਨਜ਼ਰ ਦਿਖਾਈ ਦਿੰਦੀ ਨਹੀਂ। ਪਰ ਜਦੋਂ ਉਹਨੂੰ ਅਸੀਂ ਬਾਲਾਂਗੇ ਫਿਰ ਅੱਗ ਵੀ ਨਜ਼ਰ ਆ ਜਾਵੇਗੀ। ਹੁਣ ਮਾਲਕ ਜੀ ਇਸੇ ਤਰ੍ਹਾਂ ਹੀ ਸਾਡੇ ਸਰੀਰ ਵਿੱਚ ਰੱਬ ਹੈ, ਹਿਰਦੇ ਵਿੱਚ ਸਾਡੇ ਉਹ ਮਾਲਕ ਵਸਿਆ ਹੋਇਆ ਆ। ਗੁਣ ਉਹਦੇ ਸਾਡੇ ਹਿਰਦੇ ਵਿੱਚ ਹੀ ਆ। ਪਰ ਕੋਈ ਮਨੁੱਖ, ਅਸੀਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ, ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਹ ਮਾਲਕ ਵਾਹਿਗੁਰੂ ਸਾਡੇ ਹਿਰਦੇ ਵਿੱਚ ਵਸਿਆ ਹੋਇਆ, ਸਾਡੇ ਸਰੀਰਾਂ ਵਿੱਚ ਰੱਬ ਰਹਿ ਰਿਹਾ, ਸਾਡੇ ਮਨਾਂ ਵਿੱਚ ਪਰਮਾਤਮਾ ਵਸਿਆ ਹੋਇਆ ਆ।
पर इसे तरह ही जिस तरह वो कहता कि भाई इस दुध दे विच ना तो मक्खन नज़र आउंदा ना घ्यो नज़र आउंदा, ते गुरु प्यार वालों मेहनत करनी पैनी, सब कुछ प्राप्त हो जाना आ। इसे तरह ही सानू भी जीवन दे विच गुरु दे शब्द की कमाई करनी पैनी आ, ते साडे जीवन विच भी वो गुण प्रगट हो जाने, साडे हिरदे विच भी वो रब जिहड़ा प्राप्त हो जाना आ। सतगुर ने अपनी बाणी अंदर इस शरीर नूं होर भी आख्या। मालिक जी कहंदे हर मंदर सोई आखिए, हर मंदर, इस शरीर नूं हरि दा मंदिर भी आख्या। हरि हर मंदिर का अर्थ की होंदा? हर मंदिर, मंदिर का अर्थ की है? घर, कि जिथे हरि रहिंदा आ, जिथे परमात्मा रहिंदा आ, उन्होंने की कहते हैं? हर मंदिर। ते मालिक जी कहते ये तेरा शरीर की है हर मंदिर। हर मंदिर सोई आखिए जिथों हर जाता। मालिक जी कहते ने असल विच ओही शरीर हरि दा मंदिर कहा जाना चाहिए है जिस विच रब नूं पछाण लिया जावे। जदों असी अपने जीवन विच रब की पछाण कर लवांगे, उहदे रब्बी गुणां नूं अपने जीवन च प्रगट कर लवांगे, सत संतोख दया धर्म धीरज ये साडे जीवन च गुण प्रगट हो जाणगे। फिर साडा अगे कहंदे मानस दे गुर है, क्योंकि मानस दे गुर बचनी पाया। कहंदे जिन्ना जिस शरीर ने, जिस मनुख ने, जिस शरीर ने गुरु दे बचना उत्ते तुर के कहंदे रब नूं लभदा है, रब नूं प्राप्त करदा है, सब आत्म राम पछाता। कहंदे ओनू हरेक जगह व्यापक मालिक वाहिगुरू दी जोत नज़र आउंदी आ। हुण सतगुर ने क्लीयर कर दिता कि भाई गुरु दे बचना उत्ते तुर के ही तू उस रब की प्राप्ति कर सकदा, रब्बी गुणां नूं अपने जीवन च वसा सकदा, गुरु दे बचना उत्ते तुर के। ते गुरु दे बचन की आ? सतगुर बचन, बचन है सतगुर। मालिक जी कहते ने सतगुरु बचन आ ते बचन ही सतगुरु आ। भाव तू जेकर गुरु दे बचना नूं मन लिया, समझ ला तू सतगुरु नूं प्राप्त कर लिया, सतगुरु प्राप्त हो गया, तेनों रब मिल गया। और रब्बी गुणां नूं तू जीवन च वसा लवेगा। ते सतगुरु कौन आ? बाणी गुरु, गुरु है बाणी, बिच बाणी अमृत सारे। गुर बाणी कहे सेवक जन माने, प्रतख गुरु निस्तारे। ये सतगुरु कौन आ? सतगुरु की बाणी। मालिक जी कहते बाहर मूल ना खोजीए। कहते भाई शरीर तो बाहर भालण की उक्का लोड़ नहीं है, तू ये शरीर नूं छड्ड के अपने जीवन विचों खोजण की बजाय तू बाहर जाके लभी जाए। हुण मान लो एक औरत आ, गुरु प्यार वालिओ, एक औरत जिहड़ी ना बाहर खंभा सी, खंभे ते लाइट लगी सी, लाइट जिहड़ी रात दे समय जग रही सीगी। हुण जिहड़ी बाहर औरत ना वो खंभे दे थल्ले ना लाइट विच की लभ रही सीगी? ओदी सूई गवाच गई सी, ओदी सूई गवाच गई ते ओ बाहर खंभे दे थल्ले लाइट विच सूई नूं लभ रही आ। कोई जिहड़ा रास्ते विच राही जा रहा सी वो आखण लगा, उस औरत नूं कहण लगा कि भलीए तू की लभ रही इत्थे? वो आखण लगी कि मेरी सूई गवाची हुई आ। ते वो कहंदा कि तेरी सूई गवाची कित्थे आ? वो आखण लगी कि सूई मेरी गवाची कमरे विच आ, पर मैं लभ रही बाहर आ। वो कहंदा बाहर क्यों लभदी आ? कहंदी इत्थे लाइट है, इत्थे रोशनी आ, इस करके मैनू मैं इत्थों लभ रही हाँ। वो कहंदी भलिया, वो आखण लगा कि भलीए तू ना इस तरह कर, जिथे तेरी सूई गवाची ना उत्थे जाके लाइट का प्रबंध कर, सूई तो उत्थों मिलनी ना, कमरे चों मिलनी, तू बाहर जाके क्यों लभ रही हाँ? साडी हालत भी यह बनी हुई आ गुरु प्यार वाले, असी बाहर जाके रब नूं लभ रहे हैं, पर जिथे रब बैठा होया आ उत्थे असी खोजण दी कोशिश नहीं करते, जतन नहीं करते। हुण जिथे सूई गवाची सी उत्थे उस औरत नूं लाइट का प्रबंध करना पैना सी, उत्थे रोशनी करनी पैनी सी, सूई उत्थों मिलनी सीगी ना कि उत्थों बाहरों मिलनी सीगी। हुण उत्थे रोशनी करने लई तैयार नहीं, वो कहंदी बस जिथे रोशनी है मैं उत्थे जाके लभ लवां। इसे तरह ही असी अपने जीवन में उस मालक वाहिगुरू नूं खोजदे नहीं, असी बाहर जाके लभण का यतन कर रहे कि भाई इत्थों मिल जाना रब। ना तो रब किसी दुकान तो मिलना है, ना खरीदिया जांदा, ना बिकदा आ, ना तो किसी होर थां तो जाके मिलना, भाई तू जप कर भावें तप कर,
ਭਾਵੇਂ ਪੁੱਠਾ ਲਟਕ, ਭਾਵੇਂ ਚਾਰ ਛਪੇਰੇ, ਭਾਵੇਂ ਅੱਗ ਬਾਲ ਕੇ ਬਹਿ ਜਾ, ਭਾਵੇਂ ਕੋਈ ਵੀ ਟੂਣੇ ਟੱਪੇ ਕੁਛ ਵੀ ਕਰੀ ਜਾ, ਜਿੱਥੇ ਮਰਜੀ ਜਾ ਕੇ ਮਤਲਬ ਮੱਥਾ ਟੇਕੀ ਜਾ, ਭਾਵੇਂ ਨੱਕ ਰਗੜੀ ਜਾ, ਰੱਬ ਉੱਥੋਂ ਨਹੀਂ ਮਿਲਣਾ, ਤੈਨੂੰ ਆਪਣੇ ਜੀਵਨ ਨੂੰ ਖੋਜਣਾ ਪੈਣਾ। ਮਾਲਕ ਜੀ ਕਹਿੰਦੇ ਬਾਹਰ ਮੂਲ ਨਾ ਖੋਜੀਏ, ਕਹਿੰਦੇ ਸਰੀਰ ਤੋਂ ਬਾਹਰ ਭਾਲਣ ਦੀ ਉੱਕਾ ਲੋੜ ਨਹੀਂ ਹੈ। ਘਰ ਮਾਹੇ ਵਿਧਾਤਾ, ਮਾਲਕ ਜੀ ਕਹਿੰਦੇ ਉਹ ਵਿਧਾਤਾ ਜਿਹੜਾ ਸਾਰੇ ਸੰਸਾਰ ਨੂੰ ਰਚਣ ਵਾਲਾ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਆ। ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ। ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨਮੁਖ ਲੋਕ ਆ, ਜਿਹੜੇ ਆਪਣੇ ਮਨ ਦੇ ਮਗਰ ਤੁਰਦੇ ਆ, ਉਹ ਕਹਿੰਦੇ ਇਸ ਮਨੁੱਖਾਂ ਸਰੀਰ ਦੀ ਕਦਰ ਨਹੀਂ ਜਾਣਦੇ। ਉਹ ਇਸ ਮਨੁੱਖਾਂ ਸਰੀਰ ਨੂੰ ਕੋਈ ਨਹੀਂ ਭਾਵ ਕੇ ਦੇਖਦੇ ਨਹੀਂ, ਇਸ ਜੀਵਨ ਵਿੱਚ ਰੱਬ ਨੂੰ ਨਹੀਂ ਲੱਭਦੇ। ਹਰ ਮੰਦਰ ਕੀ ਸਾਰ ਨਾ ਜਾਣਨੀ। ਮਾਲਕ ਜੀ ਕਹਿੰਦੇ ਨੇ ਮਨ ਮੁੱਖਾਂ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ। ਕਹਿੰਦੇ ਉਹ ਮਨੁੱਖ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਇਸ ਮਨੁੱਖਾਂ ਜਨਮ ਨੂੰ ਗਵਾ ਦਿੰਦੇ ਆ, ਉਹਨਾਂ ਦਾ ਮਨੁੱਖਾਂ ਜਨਮ ਸਫਲਾ ਨਹੀਂ ਹੁੰਦਾ। ਇਸ ਹਰਮੰਦਰ ਭਾਵ ਕਿ ਸਾਡਾ ਸਰੀਰ ਜਿਹੜਾ ਹਰਮੰਦਰ ਹੈ, ਜਿਸ ਤਰ੍ਹਾਂ ਅਸੀਂ ਬਾਹਰੀ ਤੌਰ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਰਿਸਪੈਕਟ ਕਰਦੇ ਹਾਂ, ਸ਼੍ਰੀ ਹਰਮੰਦਰ ਸਾਹਿਬ ਵਿਖੇ ਸੀਸ ਝੁਕਾਉਂਦੇ ਹਾਂ, ਸਾਡੇ ਮਨਾਂ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੀ ਕਦਰ ਹੈ। ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ, ਇਹ ਸਾਡਾ ਸਰੀਰ ਵੀ ਹਰਮੰਦਰ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਭਾਈ ਸ਼੍ਰੀ ਹਰਮੰਦਰ ਸਾਹਿਬ ਤੇ ਕੋਈ ਹਮਲਾ ਕਰੇ, ਅਸੀਂ ਆਪਣੀ ਜਾਨ ਵੀ ਤਲੀ ਤੇ ਧਰ ਕੇ ਉਹਨੂੰ ਦੇ ਸਕਦੇ ਹਾਂ, ਅਸੀਂ ਜਾਨ ਵੀ ਕੁਰਬਾਨ ਕਰ ਸਕਦੇ ਹਾਂ, ਅਸੀਂ ਸ਼੍ਰੀ ਹਰਮੰਦਰ ਸਾਹਿਬ ਵਾਸਤੇ ਕੁਝ ਵੀ ਕਰ ਸਕਦੇ ਹਾਂ। ਸਾਡੀ ਇੰਨੀ ਸ਼ਰਧਾ ਆ ਸ਼੍ਰੀ ਹਰਮੰਦਰ ਸਾਹਿਬ ਤੇ ਗੁਰੂ ਪਿਆਰ ਵਾਲਿਓ, ਅਸੀਂ ਬਾਹਰੀ ਤੌਰ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਕਦਰ ਕਰੀਏ, ਰਿਸਪੈਕਟ ਕਰੀਏ, ਪਰ ਜਿਹੜਾ ਸਾਡਾ ਸਰੀਰ ਆ ਇਹ ਵੀ ਤਾਂ ਸ਼੍ਰੀ ਹਰਮੰਦਰ ਨਾ, ਇਹ ਵੀ ਹਰਮੰਦਰ ਹੈ। ਸਤਿਗੁਰ ਦੀ ਬਾਣੀ ਕਹਿੰਦੀ ਭਲਿਆ ਤੇਰਾ ਸਰੀਰ ਵੀ ਹਰੀ ਦਾ ਮੰਦਰ ਆ। ਹੁਣ ਜੇ ਅਸੀਂ ਬਾਹਰੀ ਤੌਰ ਤੇ ਆਖੀਏ ਭਾਈ ਉਹ ਸ਼੍ਰੀ ਹਰਮੰਦਰ ਸਾਹਿਬ, ਅਸੀਂ ਉੱਥੇ ਨਸ਼ਾ ਕਰਕੇ ਨਹੀਂ ਜਾਣਾ, ਅਸੀਂ ਉੱਥੇ ਗਲਤ ਕੰਮ ਨਹੀਂ ਕਰਨੇ, ਭਲਿਆ ਆ ਜਿਹੜਾ ਸਰੀਰ ਤੇਰਾ ਹਰਮੰਦਰ ਹੈ, ਤੂੰ ਇੱਥੇ ਗਲਤ ਕੰਮ ਕਰੀ ਜਾ ਰਿਹਾ, ਤੇਰੇ ਮਨ 'ਚ ਮਾੜੀਆਂ ਵਿਚਾਰਾਂ ਚੱਲ ਰਹੀਆਂ, ਮਾੜੇ ਖਿਆਲ ਨੇ, ਤੂੰ ਇਸ ਸਰੀਰ ਦੇ ਅੰਦਰ ਤੂੰ ਨਸ਼ਾ ਵੀ ਪਾਈ ਜਾ ਰਿਹਾ, ਆ ਵੀ ਸ਼੍ਰੀ ਹਰਮੰਦਰ ਆ ਵੀ ਹਰਮੰਦਰ ਹੀ ਆ ਤੇਰਾ ਸਰੀਰ, ਤੂੰ ਫਿਰ ਇੱਥੇ ਤਾਂ ਨਸ਼ਾ ਵੀ ਪਾਈ ਜਾ ਰਿਹਾ, ਇੱਥੇ ਤੂੰ ਉਹ ਵੀ ਖਾਈ ਜਾ ਰਿਹਾ, ਜਿਹੜੀ ਨਹੀਂ ਖਾਣ ਯੋਗ ਚੀਜ਼ਾਂ ਉਹ ਵੀ ਖਾਈ ਜਾ ਰਹੀਆਂ, ਜਿਹੜੇ ਤੇਰੇ ਸਰੀਰ ਨੂੰ ਗਾਲਦੀਆਂ ਨੇ, ਖਤਮ ਕਰਦੀਆਂ ਨੇ। ਮਾਲਿਕ ਜੀ ਕਹਿੰਦੇ ਆ ਜਿਹੜਾ ਤੇਰਾ ਸਰੀਰ ਰੂਪੀ ਹਰਮੰਦਰ ਰਵੇਗਾ ਨਾ, ਜੇ ਤੇਰਾ ਸਰੀਰ ਰੂਪੀ ਹਰਮੰਦਰ ਕਾਇਮ ਰਵੇਗਾ, ਫੇਰ ਹੀ ਤੂੰ ਬਾਹਰਲੇ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਸਕਦਾ ਆ, ਫੇਰ ਹੀ ਜਾ ਸਕਦਾ ਨਾ, ਸਰੀਰ ਦੇ ਨਾਲ ਹੀ ਸਭ ਕੁਝ ਆ। ਮਾਲਿਕ ਜੀ ਕਹਿੰਦੇ ਮਨਮੁਖ ਹਰਮੰਦਰ ਕੀ ਸਾਰ ਨਾ ਜਾਣਨੀ। ਕਹਿੰਦੇ ਜਿਹੜੇ ਮਨਮੁਖ ਲੋਕ ਆ ਹਰਮੰਦਰ ਦੀ ਭਾਵ ਕੇ ਸਰੀਰ ਰੂਪੀ ਹਰਮੰਦਰ ਦੀ ਸਾਰ ਨਹੀਂ ਜਾਣਦੇ, ਕਦਰ ਨਹੀਂ ਜਾਣਦੇ। ਤਿੰਨੀ ਜਨਮ ਗਵਾਤਾ ਸਭ ਮੈਂ ਇੱਕ ਵਰਤਦਾ। ਕਹਿੰਦੇ ਸਾਰਿਆਂ ਵਿੱਚ ਇੱਕ ਮਾਲਕ ਵਾਹਿਗੁਰੂ ਵਰਤ ਰਿਹਾ ਆ। ਗੁਰ ਸ਼ਬਦੀ ਪਾਇਆ ਜਾਈ, ਕਹਿੰਦੇ ਪਰ ਗੁਰੂ ਦੇ ਸ਼ਬਦ ਦੁਆਰਾ ਹੀ ਤੂੰ ਪ੍ਰਾਪਤ ਕਰ ਸਕਦਾ ਆ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਆਪਣੇ ਜੀਵਨ ਦੇ ਵਿੱਚ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦਾ, ਹੋਰ ਕੋਈ ਵੀ ਤਰੀਕਾ ਨਹੀਂ ਹੈ। ਔਰ ਜਿੰਨੇ ਮਰਜੀ ਤੂੰ ਤਰੀਕੇ ਵਰਤੀ ਜਾ। ਅੱਗੇ ਬਚਨ ਕਰਦੇ ਨੇ ਭਗਤ ਪੀਪਾ ਜੀ, ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ। ਦੁਹਾਈ ਦਾ ਅਰਥ ਹੁੰਦਾ ਭਾਵ ਕਿ ਉੱਚੀ ਉੱਚੀ ਰੋਲਾ ਪਾਉਣਾ, ਜਿਵੇਂ ਅਸੀਂ ਕਹਿੰਦੇ ਬੰਦੇ ਨੇ ਬੜੀ ਦੁਹਾਈ ਪਾਈ ਹੋਈ ਆ। ਕਹਿੰਦੇ ਜਦੋਂ ਮੈਂ ਆਪਣੇ ਸਰੀਰ ਵਿੱਚ, ਜਦੋਂ ਮੈਂ ਆਪਣੀ ਇਸ ਕਾਇਆ ਵਿੱਚ ਪ੍ਰਮਾਤਮਾ ਦੀ ਯਾਦ ਵਸਾ ਲਈ ਆ, ਜਦੋਂ ਮੈਂ ਆਪਣੇ ਜੀਵਨ ਵਿੱਚ ਰੱਬ ਦੀ ਖੋਜ ਕਰ ਲਈ, ਕਹਿੰਦੇ ਉਸ ਦੀ ਬਰਕਤ ਨਾਲ ਕਹਿੰਦੇ ਹੁਣ ਮੈਂ ਨਾ ਜੰਮਦਾ ਆ ਨਾ ਮਰਦਾ, ਭਾਵ ਕਿ ਨਾ ਮੈਂ ਆਤਮਿਕ ਤੌਰ ਤੇ ਭਟਕਦਾ ਆ, ਮੇਰੇ ਜੀਵਨ 'ਚ ਟਿਕਾ ਆ ਗਿਆ, ਮੇਰਾ ਜੀਵਨ ਸ਼ਾਂਤ ਹੋ ਗਿਆ, ਮੇਰਾ ਜੀਵਨ ਜਿਹੜਾ ਹੁਣ ਸੁਖੀ ਆ, ਆਨੰਦ ਆ, ਸਦਾ ਰਹਿਣ ਵਾਲਾ ਖੇੜਾ ਮੈਨੂੰ ਪ੍ਰਾਪਤ ਹੋ ਗਿਆ। ਕਹਿੰਦੇ ਰਾਮ ਕੀ ਦੁਹਾਈ ਭਾਵ ਕਿ ਮੇਰੇ ਜੀਵਨ ਦੀ ਚਰਚਾ ਕਹਿੰਦੇ ਸਾਰੇ ਪਾਸੇ ਫੈਲ ਗਈ, ਸਾਰੇ ਪਾਸੇ ਪਤਾ ਲੱਗ ਗਿਆ ਕਿ ਮੇਰਾ ਜੀਵਨ ਜਿਹੜਾ ਬੜਾ ਸੋਹਣਾ ਬਣ ਗਿਆ, ਮੇਰੇ ਜੀਵਨ 'ਚ ਆਨੰਦ ਆ ਗਿਆ, ਖੇੜਾ ਆ ਗਿਆ। ਹੁਣ ਕਹਿੰਦੇ ਨਾ ਕਛ ਆਇਵੋ ਨਾ ਕਛ ਜਾਇਵੋ, ਨਾ ਕਹਿੰਦੇ ਮੈਂ ਜੰਮਦਾ ਨਾ ਮਰਦਾ ਆ। ਬੰਦਾ ਆਤਮਿਕ ਤੌਰ ਤੇ ਜੰਮਦਾ ਮਰਦਾ ਨਾ ਭਟਕਦਾ ਆ। ਜਿਵੇਂ ਕਈ ਵਾਰੀ ਕਹਿੰਦਾ ਨਾ ਕਿ ਬੰਦਾ ਕਿ ਭਾਈ ਮੈਂ ਅੱਜ ਬੜਾ ਖਰਾਬ ਹੋਇਆ, ਮੈਂ ਤਾਂ ਭਟਕਦਾ ਹੀ ਰਿਹਾ। ਹੁਣ ਭਟਕਦਾ ਉਦੋਂ ਹੀ ਆ ਜਦੋਂ ਬੰਦਾ, ਜਦੋਂ ਉਹਨੂੰ ਕਿਸੇ ਬਾਰੇ, ਜਦੋਂ ਉਹਨੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਪਰ ਉਹਨੂੰ ਗਿਆਨ ਨਹੀਂ ਹੈ ਮੈਂ ਕਿਹੜਾ ਰਸਤਾ ਅਪਣਾਵਾਂ। ਰਸਤੇ ਬੜੇ ਆ ਪਰ ਸਾਨੂੰ ਸਹੀ ਰਸਤੇ ਬਾਰੇ ਨਹੀਂ ਪਤਾ।
ਬੰਦਾ ਫਿਰ ਜੇ ਬੰਦੇ ਨੂੰ ਰਸਤੇ ਬਾਰੇ ਪਤਾ ਨਾ ਹੋਵੇ ਫਿਰ ਬੰਦਾ ਸਾਰੇ ਪਾਸੇ ਗੇੜੇ ਖਾ ਖੂ ਕੇ ਘੁੰਮ ਕੇ ਭਟਕ ਕੇ ਘਰ ਨੂੰ ਆ ਜਾਂਦਾ, ਕਹਿੰਦਾ ਅੱਜ ਤਾਂ ਮੈਂ ਬੜਾ ਖਰਾਬ ਹੋਇਆ, ਮੇਰਾ ਸਮਾਂ ਵੀ ਖਰਾਬ ਹੋਇਆ, ਮੈਂ ਮਸੀਹ ਦੇ ਸਮਾਂ ਕੱਢ ਕੇ ਗਿਆ ਸੀ ਪਰ ਮਿਲਿਆ ਮੈਨੂੰ ਕੁਝ ਨਹੀਂ। ਹੁਣ ਜਿਹੜੇ ਬੰਦੇ ਭਟਕਦੇ ਹੁੰਦੇ ਉਹਨਾਂ ਨੂੰ ਪ੍ਰਾਪਤ ਕੁਝ ਨਹੀਂ ਹੁੰਦੇ, ਉਹ ਸਮਾਂ ਹੀ ਖਰਾਬ ਕਰਦੇ ਆ। ਅਸੀਂ ਵੀ ਅੱਜ ਸਮਾਂ ਹੀ ਖਰਾਬ ਕਰ ਰਹੇ ਹਾਂ, ਭਟਕ ਰਿਹਾ ਸਾਡਾ ਜੀਵਨ, ਕਿਉਂਕਿ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਨਹੀਂ ਚੱਲ ਰਹੇ। ਗੁਰੂ ਪਿਆਰ ਵਾਲਿਓ, ਥਾਂ ਥਾਂ ਤੇ ਜਾ ਕੇ ਸੀਸ ਝੁਕਾਉਣਾ ਸਮਝ ਲਓ ਅਸੀਂ ਭਟਕ ਰਹੇ ਹਾਂ, ਸਾਨੂੰ ਸਹੀ ਰਸਤਾ ਨਹੀਂ ਮਿਲ ਰਿਹਾ। ਹਰ ਕੋਈ ਕਹਿ ਰਿਹਾ ਭਾਈ ਆਹ ਰੱਬ ਨੂੰ ਰਸਤਾ ਜਾਂਦਾ, ਆਹ ਸਹੀ ਰਸਤਾ, ਆਹ ਸਹੀ ਰਸਤਾ, ਪਰ ਗੁਰੂ ਪਿਆਰ ਵਾਲਿਓ ਸਤਿਗੁਰੂ ਪਾਤਸ਼ਾਹ ਸਾਨੂੰ ਕਲੀਅਰ ਆਖਿਆ ਕਿ ਭਾਈ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਤੂੰ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦਾ ਹੈ। ਤੇ ਅੱਗੇ ਬਚਨ ਕਰਦੇ ਨੇ ਭਗਤ ਪੀਪਾ ਜੀ, ਕਹਿੰਦੇ ਕਾਇਓ ਦੇਵਾ ਕਾਇਓ ਦੇਵਲ। ਦੇਵਲ ਦਾ ਅਰਥ ਹੁੰਦਾ ਮੰਦਰ। ਕਹਿੰਦੇ ਜਦੋਂ ਮੈਂ ਕਾਇਆ ਦੀ ਖੋਜ ਕੀਤੀ, ਕਹਿੰਦੇ ਸਰੀਰ ਦੀ ਖੋਜ ਕਰਨੀ ਹੀ, ਸਰੀਰ ਦੇ ਅੰਦਰ ਰੱਬ ਨੂੰ ਲੱਭਣਾ ਹੀ ਮੇਰੇ ਵਾਸਤੇ ਕੀ ਆ, ਦੇਵਤਾ ਹੈ। ਕਹਿੰਦੇ ਮੈਂ ਹੁਣ ਦੇਵੀ ਦੇਵਤਿਆਂ ਦੀ ਜਾਂ ਹੋਰ ਦੀ ਪੂਜਾ ਨਹੀਂ ਕਰਦਾ, ਕਹਿੰਦੇ ਮੈਂ ਆਪਣੇ ਸਰੀਰ ਨੂੰ ਖੋਜਦਾ ਹੀ, ਇਹ ਮੇਰੇ ਵਾਸਤੇ ਦੇਵਤਾ ਹੈ। ਕਾਇਓ ਦੇਵਲ, ਕਹਿੰਦੇ ਜਿਸ ਦੀ ਮੈਂ ਆਰਤੀ ਕਰਨੀ ਹੈ। ਮਾਲਿਕ ਜੀ ਕਹਿੰਦੇ ਨੇ ਸਰੀਰ ਦੀ ਖੋਜ ਹੀ ਮੇਰੇ ਵਾਸਤੇ ਮੰਦਰ ਹੈ, ਸਰੀਰ ਦੀ ਖੋਜ ਹੀ ਮੇਰੇ ਵਾਸਤੇ ਮੰਦਰ ਹੈ। ਕਾਇਓ ਜੰਗਮ ਜਾਤੀ, ਜੰਗਮ ਦਾ ਅਰਥ ਹੁੰਦਾ ਆ ਸ਼ਿਵ ਉਪਾਸ਼ਕ, ਰਮਤੇ ਜੋਗੀ, ਭਾਵ ਕਿ ਜਿਨ੍ਹਾਂ ਨੇ ਸਿਰਾਂ ਉੱਤੇ ਮੋਰ ਦੇ ਖੰਭ ਲਾਏ ਹੁੰਦੇ ਆ। ਤੁਸੀਂ ਵੇਖੋ ਨਾ ਸਾਡੇ ਪਿੰਡਾਂ ਵਿੱਚ ਵੱਡੇ ਵੱਡੇ ਕੰਨਾਂ 'ਚ ਬਾਲਾਂ ਪਾਏ ਹੁੰਦੇ ਆ, ਸਿਰ ਤੇ ਏਡੇ ਲੰਬੇ ਮੋਰ ਦੇ ਖੰਭ ਲਾਏ ਹੁੰਦੇ ਆ, ਮੰਗਣ ਤੁਰੇ ਫਿਰਦੇ ਆ। ਉਹਨਾਂ ਦੀ ਗੱਲ ਹੀ ਉਹ ਕੀ ਆ, ਜੰਗਮ, ਉਹ ਵੀ ਜਿਹੜੇ ਸ਼ਿਵ ਜੀ ਨੂੰ ਮੰਨਦੇ ਆ, ਸ਼ਿਵ ਦੇ ਉਪਾਸ਼ਕ ਨੇ। ਹੁਣ ਭਗਤ ਪੀਪਾ ਜੀ ਕਹਿੰਦੇ ਨੇ ਕਾਇਓ ਜੰਗਮ ਜਾਤੀ, ਕਹਿੰਦੇ ਅਸਲ ਵਿੱਚ ਜਦੋਂ ਮੈਂ ਸਰੀਰ ਦੀ ਖੋਜ ਕਰਦਾ, ਆਪਣੇ ਸਰੀਰ ਵਿੱਚ ਹੀ ਰੱਬ ਨੂੰ ਲੱਭਦਾ ਆ, ਇਹੀ ਮੇਰੇ ਵਾਸਤੇ ਜੰਗਮ ਆ। ਜਾਤੀ, ਜਾਤੀ ਦਾ ਅਰਥ ਕੀ ਆ, ਤੀਰਥ ਦੀ ਯਾਤਰਾ ਕਰਨ ਵਾਲਾ। ਕਹਿੰਦੇ ਮੈਂ ਰੱਬ ਦੀ ਖੋਜ ਆਪਣੇ ਜੀਵਨ ਵਿੱਚ ਕਰ ਰਿਹਾ ਆ, ਆਪਣੇ ਸਰੀਰ ਦੀ ਖੋਜ ਕਰਨੀ ਹੀ ਇਹ ਮੇਰੇ ਵਾਸਤੇ ਤੀਰਥ ਦੀ ਯਾਤਰਾ ਆ। ਅਸੀਂ ਪੜ੍ਹਦੇ ਨਾ ਅੰਤਰਗਤ ਤੀਰਥ ਮਲ ਨਾਉ, ਕਿ ਆਪਣੇ ਹਿਰਦੇ ਵਿੱਚ ਗੁਣਾ ਦੇ ਸਰੋਵਰ ਵਿੱਚ ਇਸ਼ਨਾਨ ਕਰ, ਪ੍ਰਭੂ ਦੇ ਨਾਮ ਦੇ ਵਿੱਚ ਇਸ਼ਨਾਨ ਕਰ, ਜਿਹੜਾ ਪ੍ਰਭੂ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਆ। ਕਾਇਓ ਧੂਪ ਦੀਪ ਨਹੀਂ ਵੇਦਾ, ਨਹੀਂ ਵੇਦਾ ਦੁੱਧ ਦੀ ਖੀਰ, ਸਵਾਦਲੇ ਭੋਜਨ। ਹੁਣ ਜਿਹੜੀ ਇੱਕ ਮੰਦਰ ਦੇ ਵਿੱਚ ਕੀ ਹੁੰਦਾ, ਉੱਥੇ ਮੂਰਤੀ ਹੁੰਦੀ ਆ, ਉਹਦੇ ਅੰਦਰ ਕਈ ਤਰ੍ਹਾਂ ਦੇ ਸਵਾਦਲੇ ਭੋਜਨ ਰੱਖੇ ਜਾਂਦੇ ਆ, ਧੂਪ ਅਗਰਬੱਤੀ ਸਭ ਕੁਝ ਕੀਤਾ ਜਾਂਦਾ ਆ, ਫਿਰ ਆਰਤੀ ਕੀਤੀ ਜਾਂਦੀ, ਪੂਜਾ ਕੀਤੀ ਜਾਂਦੀ। ਭਗਤ ਪੀਪਾ ਜੀ ਕਹਿੰਦੇ ਨੇ ਮੈਂ ਇਹ ਸਭ ਕੁਝ ਨਹੀਂ ਕਰਦਾ, ਕਹਿੰਦੇ ਸਰੀਰ ਦੀ ਖੋਜ ਹੀ ਮੇਰੇ ਵਾਸਤੇ ਅੰਦਰ ਵਸ ਰਹੇ ਦੇਵਤੇ ਲਈ ਧੂਪ ਹੈ, ਨੈਵੇਦ ਹੈ, ਭਾਵ ਕਿ ਅੰਦਰ ਜਿਹੜਾ ਮੈਂ ਸਰੀਰ ਦੀ ਖੋਜ ਕਰਦਾ ਨਾ, ਇਹੀ ਮੇਰੇ ਵਾਸਤੇ ਖੀਰ ਹੈ। ਕਾਇਆ ਦੀ ਖੋਜ ਕਰਕੇ ਹੀ ਮਾਨੋ ਮੈਂ ਪੱਤਰ ਭੇਟ ਰੱਖ ਕੇ, ਭਾਵ ਕਿ ਪੱਤਰ ਦਾ ਮਤਲਬ ਥਾਲੀ ਰੱਖ ਕੇ, ਕਹਿੰਦੇ ਆਪਣੇ ਅੰਦਰ ਵਸਦੇ ਇਸ਼ਟ ਦੀ, ਪ੍ਰਭੂ ਦੀ ਪੂਜਾ ਕਰ ਰਿਹਾ ਆ, ਭਾਵ ਕਿ ਮੈਂ ਅੰਦਰ ਵਸ ਰਹੇ ਰੱਬ ਦੀ ਪੂਜਾ ਕਰ ਰਿਹਾ, ਨਾ ਕਿ ਬਾਹਰ ਜਿਹੜੇ ਬਣਾਏ ਹੋਏ ਰੱਬ ਉਹਨਾਂ ਦੀ ਪੂਜਾ ਕਰ ਰਿਹਾ ਆ। ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਭਾਵ ਕਿ ਭਗਤ ਪੀਪਾ ਜੀ ਮੂਰਤੀ ਪੂਜਾ ਦਾ ਵਿਰੋਧ ਕਰਦੇ ਨੇ, ਉਹ ਮੂਰਤੀ ਪੂਜਾ ਦੇ ਹੱਕ ਵਿੱਚ ਨਹੀਂ। ਉਹ ਕਹਿੰਦੇ ਸਭ ਕੁਝ ਮੈਂ ਆਪਣੇ ਜੀਵਨ ਨੂੰ ਖੋਜਣਾ ਹੀ ਅਸਲ ਵਿੱਚ ਮੇਰੇ ਵਾਸਤੇ ਮੂਰਤੀ ਦੀ ਪੂਜਾ ਹੈ, ਆਪਣੇ ਹਿਰਦੇ ਵਿੱਚ ਰੱਬ ਨੂੰ ਲੱਭਣਾ ਹੀ ਮੇਰੇ ਵਾਸਤੇ ਇਹ ਜਿਹੜਾ ਪੂਜਾ ਕਰਨੀ ਆ, ਇਹ ਜਿਹੜਾ ਧੂਪ ਦੇਣਾ ਆ। ਅੱਗੇ ਬਚਨ ਕਰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਕਹਿੰਦੇ ਜੋ ਬ੍ਰਹਮੰਡੇ, ਹੁਣ ਬ੍ਰਹਮੰਡ ਦੇ ਵਿੱਚ ਕੀ ਆ, ਰੱਬ ਅਕਾਲ ਪੁਰਖ ਵਾਹਿਗੁਰੂ। ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਸਾਰਾ ਸੰਸਾਰ ਤੂੰ ਵੇਖ ਰਿਹਾ ਨਾ, ਹਰੀ ਦਾ ਰੂਪ ਆ। ਸਾਰੇ ਬ੍ਰਹਮੰਡ ਦੇ ਵਿੱਚ ਕੀ ਆ, ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ। ਪਿੰਡ ਦਾ ਅਰਥ ਕੀ ਆ, ਪਿੰਡ ਕਿਹਨੂੰ ਕਹਿੰਦੇ ਆ, ਸਰੀਰ ਨੂੰ, ਕਿ ਭਾਈ ਜਿਵੇਂ ਅਸੀਂ ਕਹਿੰਦੇ ਪਿੰਡਾ, ਇਹ ਸਰੀਰ। ਕਹਿੰਦੇ ਜੋ ਬ੍ਰਹਮੰਡ ਦੇ ਵਿੱਚ ਆ ਉਹੀ ਤੇਰੇ ਸਰੀਰ ਵਿੱਚ ਆ। ਜੋ ਖੋਜੈ ਸੋ ਪਾਵੇ, ਕਹਿੰਦੇ ਜਿਹੜਾ ਖੋਜਦਾ ਆ ਉਹ ਪ੍ਰਾਪਤ ਕਰ ਲੈਂਦਾ ਆ, ਜਿਹੜਾ ਨਹੀਂ ਖੋਜੇਗਾ ਉਹ ਪ੍ਰਾਪਤ ਨਹੀਂ ਕਰੇਗਾ। ਅਸੀਂ ਖੋਜਣਾ ਆਪਣੇ ਜੀਵਨ ਨੂੰ ਆ, ਆਪਣੇ ਜੀਵਨ 'ਚੋਂ ਗੁਣ ਪ੍ਰਗਟ ਕਰਨੇ ਆ, ਆਪਣੇ ਜੀਵਨ 'ਚ ਰੱਬੀ ਗੁਣ ਵਸਾਣੇ ਆ, ਲੈ ਕੇ ਆਉਣੇ ਆ। ਸਾਡੇ ਜੀਵਨ ਵਿੱਚ ਹੀ ਮਾਲਕ ਪ੍ਰਗਟ ਹੋਣਾ ਨਾ, ਕਿਤੇ ਬਾਹਰੋਂ ਤਾਂ ਪ੍ਰਗਟ ਨਹੀਂ ਹੋਣਾ। ਅਸੀਂ ਜੀਵਨ ਨੂੰ
ਰੱਬ ਆਪਣੇ ਜੀਵਨ ਦੇ ਵਿੱਚੋਂ ਰੱਬ ਨੂੰ ਪ੍ਰਗਟ ਕਰਨਾ, ਭਾਵ ਕਿ ਆਪਣੇ ਜੀਵਨ ਨੂੰ ਸੁਧਾਰ ਲੈਣਾ, ਆਪਣੇ ਜੀਵਨ ਅੰਦਰ ਗੁਣ ਪੈਦਾ ਕਰ ਲੈਣੇ, ਸਤ ਸੰਤੋਖ ਦਇਆ ਧਰਮ ਧੀਰਜ, ਆਪਣੇ ਮਤ ਨੂੰ ਸਾਫ ਸੁਥਰੀ ਕਰ ਲੈਣਾ, ਨਿਰਮਲ ਕਰ ਲੈਣਾ। ਇਹ ਹੈ ਸਾਡੇ ਜੀਵਨ ਵਿੱਚ ਗੁਣ ਪ੍ਰਗਟ ਹੋਣੇ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ, ਤੇਰੀ ਮਤ ਦੇ ਵਿੱਚ ਰਤਨ ਆ, ਜਵਾਹਰ ਆ, ਮਾਣਕ ਆ, ਇਹ ਕੀਮਤੀ ਗੁਣ ਨੇ। ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਵੇਂ ਤੇ ਗੁਰੂ ਪਿਆਰ ਵਾਲਿਓ ਸਾਡੇ ਜੀਵਨ 'ਚ ਇਹ ਗੁਣ ਪ੍ਰਗਟ ਹੋ ਜਾਣਗੇ। ਅੱਗੇ ਕਹਿੰਦੇ ਪੀਪਾ ਪ੍ਰਣਮੈ ਪਰਮ ਤਤ ਹੈ। ਪੀਪਾ ਭਗਤ ਪੀਪਾ ਜੀ ਬੇਨਤੀ ਕਰਦੇ ਨੇ ਕਿ ਕਹਿੰਦੇ ਜੇਕਰ ਸਤਿਗੁਰੂ ਹੋਏ ਲਖਾਵੇ, ਕਹਿੰਦੇ ਜੇ ਸਤਿਗੁਰੂ ਮਿਲ ਪਏ ਤਾਂ ਕਹਿੰਦੇ ਤੈਨੂੰ ਆਪਣੇ ਅੰਦਰੋਂ ਹੀ ਵੱਡੀ ਅਸਲੀਅਤ, ਪਰਲੇ ਤੋਂ ਪਰਲੇ ਤੱਤ, ਭਾਵ ਕਿ ਸਭ ਸਿੱਸ਼ੀ ਨੂੰ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਪ੍ਰਾਪਤ ਹੋ ਜਾਵੇ। ਜੇ ਸਤਿਗੁਰੂ ਮਿਲ ਪਵੇ ਤੇ ਸਤਿਗੁਰੂ ਨੂੰ ਅਸੀਂ ਮਿਲਣਾ ਕਿਵੇਂ ਆ? ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ, ਇਹਨੂੰ ਵਿਚਾਰ ਕੇ, ਇਹਨੂੰ ਸਮਝ ਕੇ, ਜੀਵਨ 'ਚ ਕਮਾਈ ਕਰਕੇ, ਫਿਰ ਸਾਨੂੰ ਜਿਹੜਾ ਉਸ ਮਾਲਕ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਹੋਵੇਗਾ। ਫਿਰ ਰੱਬੀ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾਵਾਂਗੇ। ਫਿਰ ਸਾਨੂੰ ਸਮਝ ਆਵੇਗੀ ਕਿ ਅਸਲ ਵਿੱਚ ਸਾਡਾ ਜੀਵਨ ਕਿੱਥੇ ਖੜਾ ਆ। ਭਾਵ ਸਤਿਗੁਰੂ ਜੀ ਸਾਨੂੰ ਆਪਣੇ ਜੀਵਨ ਨੂੰ ਖੋਜਣ ਦੀ ਗੱਲ ਕਰਦੇ ਆ ਕਿ ਭਾਈ ਤੂੰ ਆਪਣਾ ਜੀਵਨ ਸੁਧਾਰ, ਤੇਰਾ ਆਪਣਾ ਜੀਵਨ ਸਵਰ ਗਿਆ, ਸੋਹਣਾ ਬਣ ਗਿਆ, ਸਮਝ ਲਾ ਤੂੰ ਰੱਬ ਦੀ ਪ੍ਰਾਪਤੀ ਕਰ ਲਈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੀਵਨ 'ਚ ਪ੍ਰਾਪਤ ਕਰ ਲਿਆ, ਤੇਰਾ ਜੀਵਨ ਸੋਹਣਾ ਬਣ ਗਿਆ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਇਹ ਭਗਤ ਪੀਪਾ ਜੀ ਦੀ ਇੱਕ ਜਿਹੜਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੀ, ਉਹਦੀ ਵਿਚਾਰ ਸਾਂਝੇ ਕੀਤੇ ਨੇ। ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਕਿ ਸਾਡਾ ਜੀਵਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਤੇ ਸੋਹਣਾ ਬਣਾਈਏ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।